ਪੰਛੀਆਂ ਦੀ ਮਜਲਿਸ ਭਾਗ 3 ਸਭਾ ਦੀ ਪ੍ਰਾਰੰਭਤਾ। ਦੁਨੀਆ ਦੇ ਸਾਰੇ ਪੰਛੀ ਜਾਣੇ ਪਛਾਣੇ ਤੇ ਅਜਨਬੀ ਇਕੱਤਰ ਹੋਏ। ਉਹ ਬੋਲੇ, ਦੁਨੀਆ ਦਾ ਕੋਈ ਵੀ ਦੇਸ਼ ਰਾਜੇ ਤੋਂ ਬਿਨਾਂ ਨਹੀਂ। ਤਾਂ ਫਿਰ ਇਹ ਕਿਵੇਂ ਹੋਇਆ ਕਿ ਪੰਛੀਆਂ ਦੀ ਇਹ ਸਲਤਨਤ ਬਗੈਰ ਮਾਲਕ ਤੋਂ ਹੈ? ਇਹੋ ਜਿਹੇ ਮਾਲਕ ਵਿਹੀਨ ਰਾਜ ਢਹਿੰਦਿਆਂ ਦੇਰ ਨਹੀਂ ਲੱਗਦੀ। ਸਾਨੂੰ ਇਕੱਤਰ ਹੋ ਕੇ ਹੰਭਲਾ ਮਾਰਨਾ ਪਵੇਗਾ ਤੇ ਵੱਡੇ ਉਪਰਾਲੇ ਕਰਨੇ ਹੀ ਪੈਣਗੇ ਆਪਣਾ ਕੋਈ ਰਾਜਾ ਲੱਭਣ ਲਈ। ਕਿਸੇ ਵੀ ਦੇਸ਼ ਦੇ ਚੰਗੇ ਸ਼ਾਸਨ ਪ੍ਰਬੰਧ ਤੇ ਵਧੀਆ ਸੰਗਠਨ ਚੱਲ ਹੀ ਨਹੀਂ ਸਕਦੇ ਇੱਕ ਚੰਗੇ ਰਾਜੇ ਤੋਂ ਬਿਨਾਂ। ਸੋ ਉਹਨਾਂ ਆਪਣੀ ਇਸ ਖੋਜ ਬਾਰੇ ਸਲਾਹਾਂ ਕਰਨੀਆਂ ਸ਼ੁਰੂ ਕੀਤੀਆਂ। ਉਤਸ਼ਾਹ ਤੇ ਭਰੋਸੇ ਨਾਲ ਭਰੀ ਹੋਈ ਹੁਦਹੁਦ ਆਪਣੇ ਆਪ ਨੂੰ ਸਾਰੀ ਸਭਾ ਦੇ ਵਿਚਾਲੇ ਲੈ ਕੇ ਆਈ। ਉਸਨੇ ਆਪਣੀ ਛਾਤੀ ਤੇ ਇਲਾਹੀ ਜਵਾਹਰਾਤ ਪਹਿਨ ਰੱਖੇ ਸਨ, ਜੋ ਕਿ ਇਸ਼ਾਰਾ ਸਨ ਇਸ ਦਾ ਕਿ ਉਹ ਇਲਾਹੀ ਗਿਆਨ ਦੇ ਪੰਥ ਦੀ ਪਾਂਧੀ ਹੈ। ਸੱਚਾਈ ਦੇ ਤਾਜ ਜਹੀ ਕਲਗੀ ਉਸ ਦੇ ਸਿਰ 'ਤੇ ਸੁਭਾਏਮਾਨ ਸੀ ਤੇ ਉਹ ਚੰਗਿਆਈਆਂ ਬੁਰਾਈਆਂ ਨਾਲ ਵਾਕਿਫ ਸੀ। ਪਿਆਰੇ ਪੰਛੀਓ, ਉਸਨੇ ਬੋਲਣਾ ਸ਼ੁਰੂ ਕੀਤਾ, ਮੈਂ ਹੀ ਹਾਂ ਉਹ ਜੋ ਧਰਮ ਯੁੱਧ ਵਿੱਚ ਰੁੱਝੀ ਰਹੀ ਹਾਂ ਤੇ ਮੈਂ ਹੀ ਅਣਦਿਸਦੇ ਜਗਤ ਦੀ ਕਾਸਦ ਹਾਂ। ਮੈਨੂੰ ਪਰਮ ਸੱਤਾ ਦਾ ਗਿਆਨ ਹੈ ਤੇ ਸਿਰਜਣ ਪ੍ਰਕਿਰਿਆ ਦੇ ਰਹੱਸਾਂ ਤੋਂ ਵੀ ਵਾਕਿਫ ਹਾਂ। ਜਦੋਂ ਕੋਈ ਆਪਣੀ ਚੁੰਝ ਵਿੱਚ ਭਰ ਕੇ ਲੈ ਜਾਂਦਾ ਹੈ ਇਲਾਹੀ ਸੰਦੇਸ਼, ਪਰਮੇਸ਼ਰ ਦਾ ਨਾਮ, ਜਿਵੇਂ ਕਿ ਮੈਂ ਕੀਤਾ, ਤਾਂ ਉਹ ਬਹੁਤੇ ਭੇਦਾਂ ਤੋਂ ਵੀ ਜਾਣੂ ਹੋ ਜਾਂਦਾ ਹੈ। ਮੇਰਾ ਸਮਾਂ ਹੁਣ ਥੋੜ੍ਹੀ ਵਿਆਕੁਲਤਾ ਵਿੱਚ ਲੰਘ ਰਿਹਾ ਹੈ ਤੇ ਮੈਂ ਕਿਸੇ ਦੇ ਸੰਪਰਕ ਵਿੱਚ ਨਹੀਂ। ਸਿਰਫ ਪਰਮਾਤਮਾ ਦੇ ਇਸ਼ਕ ਦਾ ਕਬਜ਼ਾ ਹੈ ਮੇਰੇ ਉੱਤੇ। ਆਪਣੀ ਸਹਿਜ ਪ੍ਰਵਿਰਤੀ ਨਾਲ ਹੀ ਮੈਂ ਪਾਣੀ ਲੱਭ ਸਕਦੀ ਹਾਂ ਤੇ ਇਸੇ ਤਰ੍ਹਾਂ ਕਈ ਹੋਰ ਰਹੱਸਮਈ ਸ਼ੈਆਂ। ਮੈਂ ਸੁਲੇਮਾਨ ਨਾਲ ਬਚਨ ਸਾਂਝੇ ਕੀਤੇ ਤੇ ਮੈਂ ਉਸ ਦੇ ਪਹਿਲੀ ਕਤਾਰ ਦੇ ਅਨੁਆਈਆਂ ਵਿੱਚੋਂ ਹਾਂ। ਮੇਰੇ ਲਈ ਇਹ ਹੈਰਾਨਗੀ ਵਾਲੀ ਗੱਲ ਹੈ ਕਿ ਜੋ ਸੁਲੇਮਾਨ ਦੀ ਛਤਰ ਛਾਇਆ ਹੇਠੋਂ ਇੱਕ ਵਾਰ ਪਾਸੇ ਹੋਇਆ, ਉਸ ਨੇ ਨਾ ਤਾਂ ਉਸ ਬਾਰੇ ਕਦੇ ਪੁੱਛਿਆ ਤੇ ਨਾ ਹੀ ਕੋਈ ਬੁਲਾਵਾ ਭੇਜਿਆ। ਪਰ ਮੈਂ ਉਸ ਤੋਂ ਜਦ ਕਦੇ ਇੱਕ ਦਿਨ ਲਈ ਵੀ ਪਾਸੇ ਹੋ ਜਾਵਾਂ ਤਾਂ ਉਹ ਹਰ ਪਾਸੇ ਮੇਰੀ ਭਾਲ ਲਈ ਹਰਕਾਰੇ ਭੇਜ ਦਿੰਦਾ ਹੈ। ਮੇਰੇ ਬਿਨਾਂ ਉਹ ਇੱਕ ਪਲ ਵੀ ਨਹੀਂ ਰਹਿ ਸਕਦਾ। ਇਸ ਕਰਕੇ ਮੇਰੀ ਕੀਮਤ ਕਿਆਮਤ ਦੇ ਦਿਨ ਤੱਕ ਲਈ ਸਥਾਪਿਤ ਹੋ ਚੁੱਕੀ ਹੈ। ਮੈਂ ਉਸ ਦੀਆਂ ਚਿੱਠੀਆਂ ਲਿਜਾਣ ਵਾਲਾ, ਉਸ ਦੇ ਗੁਪਤ ਭੇਦਾਂ ਦਾ ਜਾਣੂ ਸਾਥੀ ਹਾਂ। ਜੋ ਪੰਛੀ ਪੈਗੰਬਰ ਦਾ ਇੰਨਾ ਪ੍ਰਿਯ ਹੋ ਜਾਵੇਗਾ, ਉਸ ਦੇ ਸਿਰ 'ਤੇ ਤਾਜ ਤਾਂ ਸਜੇਗਾ ਹੀ। ਪੰਛੀ ਜਿਸ ਨੂੰ ਪਰਮਾਤਮਾ ਨੇ ਮਿੱਠ ਬੋਲੜਾ ਬਣਾਇਆ ਹੋਵੇਗਾ, ਉਸ ਦੇ ਖੰਭਾਂ 'ਤੇ ਕਦ ਉਹ ਧੂੜ ਪੈਣ ਦੇਵੇਗਾ। ਸਾਲਾਂ ਤੱਕ ਮੈਂ ਜਲਾਂ ਥਲਾਂ ਦਾ ਭ੍ਰਮਣ ਕੀਤਾ ਹੈ, ਪਹਾੜਾਂ ਤੇ ਘਾਟੀਆਂ ਦੀ ਯਾਤਰਾ ਕੀਤੀ ਹੈ। ਜਿੰਨੀਆਂ ਵੀ ਪਰਲੋਆਂ ਤੇ ਕਿਆਮਤਾਂ ਆਈਆਂ, ਉਹਨਾਂ ਮੈਨੂੰ ਬਚਾ ਕੇ ਕੱਢਿਆ ਗਿਆ। ਸੁਲੇਮਾਨ ਦੀਆਂ ਯਾਤਰਾਵਾਂ ਦੌਰਾਨ ਮੈਂ ਉਸ ਦੇ ਨਾਲ ਰਿਹਾ। ਮੈਂ ਸੰਸਾਰ ਦੀਆਂ ਸੀਮਾਵਾਂ ਨੂੰ ਸਮਝਿਆ ਹੈ। ਭਾਵੇਂ ਕਿ ਮੈਂ ਚੰਗੀ ਤਰ੍ਹਾਂ ਵਾਕਿਫ ਹਾਂ ਆਪਣੇ ਮਾਲਕ ਨਾਲ, ਪਰ ਤਾਂ ਵੀ ਮੈਂ ਇਕੱਲੀ ਉੱਥੇ ਨਹੀਂ ਜਾ ਸਕਦੀ। ਤਿਆਗ ਦਿਓ ਆਪਣੀ ਕਾਇਰਤਾ, ਭੰਨ ਦਿਓ ਆਪਣੇ ਦੰਭ ਤੇ ਛੱਡ ਦਿਓ ਆਪਣੀ ਅਵਿਸ਼ਵਾਸਤਾ। ਜਿਸਨੇ ਵੀ ਆਪਣੇ ਅੰਦਰ ਗਿਆਨ ਦੀਪਕ ਬਾਲ ਲਿਆ, ਉਹ ਚੰਗੇ ਮੰਦੇ ਦੇ ਭੇਦਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ। ਆਪਣੇ ਅੰਦਰ ਦਿਆਲਤਾ ਲਿਆਓ, ਖੇੜੇ ਵਿੱਚ ਧਰਤੀ ਤੋਂ ਕਦਮ ਚੁੱਕੋ ਤੇ ਹੁਲਾਸ ਵਿੱਚ ਰੱਖੋ। ਜਿਵੇਂ ਕੋਈ ਖੁਸ਼ੀ ਵਿੱਚ ਝੂਮਦਾ ਹੈ ਤੇ ਇਸ ਤਰ੍ਹਾਂ ਨੱਚਦੇ ਟੱਪਦੇ ਸਿਰ ਭੇਂਟ ਕਰ ਦਿਓ ਉਸ ਦੇ ਚਰਨਾਂ ਵਿੱਚ। ਸਾਡਾ ਸੱਜਣ ਸੱਚਾ ਪਾਤਸ਼ਾਹ, ਜਿਸ ਦਾ ਨਾਮ ਸਿਮੁਰਗ ਹੈ, ਕਾਫ ਦੀਆਂ ਪਹਾੜਾਂ ਤੋਂ ਪਾਰ ਵਸਦਾ ਹੈ। ਉਹ ਵਾਲ ਤੋਂ ਵੀ ਜ਼ਿਆਦਾ ਨੇੜੇ ਹੈ ਸਾਡੇ, ਪਰ ਅਸੀਂ ਦੂਰ ਹਾਂ ਉਸ ਤੋਂ। ਦੁਰਲੱਭ ਹੈ ਉਹ ਥਾਂ ਲਗਭਗ ਪਹੁੰਚ ਤੋਂ ਬਾਹਰ ਜਿੱਥੇ ਉਹ ਵਸਦਾ ਹੈ, ਤੇ ਕੋਈ ਰਸਨਾ ਉਸ ਨੂੰ ਪੂਰਾ ਬਿਆਨਣ ਤੋਂ ਅਸਮਰੱਥ ਹੈ।
ਚਾਨਣ ਤੇ ਹਨੇਰੇ ਨਾਲ ਲਬਰੇਜ਼ ਹਜ਼ਾਰਾਂ ਲੱਖਾਂ ਪਰਦੇ ਉਸ ਅੱਗੇ ਲਟਕ ਰਹੇ ਹਨ। ਕਿਸੇ ਦੀ ਕੀ ਮਜਾਲ ਕਿ ਉਸ ਨਾਲ ਤਕਰਾਰ ਵਿੱਚ ਪੈ ਸਕੇ। ਉਹ ਸਰਵ ਸ਼ਕਤੀਮਾਨ ਪਿਤਾ ਆਪਣੀ ਪੂਰਨ ਮਹਿਮਾ ਵਿੱਚ ਇਸ਼ਨਾਨ ਕਰਦਾ ਹੈ। ਉਹ ਆਪਣੇ ਆਪੇ ਨੂੰ ਤੇ ਆਪਣੇ ਰਹਿਣ ਦੀ ਥਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰਦਾ ਤੇ ਕਿਸੇ ਵੀ ਤਰ੍ਹਾਂ ਦੀ ਸਿਆਣਪ ਤੇ ਗਿਆਨ ਉੱਥੋਂ ਤੱਕ ਪਹੁੰਚ ਨਹੀਂ ਸਕਦਾ। ਅਣਜਾਣ ਪੰਧ ਹੈ ਤੇ ਕੋਈ ਵੀ ਦ੍ਰਿੜਤਾ ਉਸ ਨੂੰ ਲੱਭਣ ਵਿੱਚ ਅਸਮਰੱਥ ਹੈ। ਹਾਲਾਂਕਿ ਫਿਰ ਵੀ ਹਜ਼ਾਰਾਂ ਪਾਂਧੀਆਂ ਨੇ ਇਸ ਤੜਪ ਵਿੱਚ ਆਪਣੇ ਜੀਵਨ ਕੁਰਬਾਨ ਕਰ ਦਿੱਤੇ। ਕੋਈ ਪੂਰਨ ਖਰੀ ਆਤਮਾ ਵੀ ਉਸ ਨੂੰ ਪੂਰਾ ਨਹੀਂ ਬਿਆਨ ਸਕਦੀ ਤੇ ਨਾ ਹੀ ਕੋਈ ਤਰਕ ਉਸ ਨੂੰ ਸਮਝ ਸਕਦਾ ਹੈ। ਬਹੁਤਿਆਂ ਨੇ ਇਹ ਨੈਣ ਉਸ ਨੂੰ ਤੱਕਣ ਲਈ ਸੰਭਾਲ ਕੇ ਰੱਖੇ, ਪਰ ਇਹਨਾਂ ਅੱਖਾਂ ਨਾਲ ਉਸ ਨੂੰ ਦੇਖਿਆ ਹੀ ਨਹੀਂ ਜਾ ਸਕਦਾ। ਸਹਿਸ ਸਿਆਣਪਾਂ ਵੀ ਉਸ ਦੀ ਥਾਂ ਨਹੀਂ ਪਾ ਸਕੀਆਂ ਤੇ ਨਾ ਹੀ ਬੁੱਧੀਆਂ ਦਾ ਮਾਲਕ ਕਹਾਉਣ ਵਾਲਾ ਕੋਈ ਵੀ ਬੁੱਧੀਮਾਨ ਮਨੁੱਖ ਉਸ ਦੀ ਸੁੰਦਰਤਾ ਮਹਿਸੂਸ ਕਰ ਸਕਿਆ। ਹਰ ਤਰ੍ਹਾਂ ਦੇ ਪ੍ਰਾਣੀ ਉਸ ਨੂੰ ਪਾਉਣ ਦੀ ਲਾਲਸਾ ਰੱਖਦੇ ਹਨ ਤੇ ਆਪਣੀਆਂ ਕਲਪਨਾਵਾਂ ਨਾਲ ਉਸ ਨੂੰ ਬਿਆਨਦੇ ਵੀ ਹਨ, ਪਰ ਕੀ ਸਿਰਫ ਕਲਪਨਾਵਾਂ ਦੇ ਆਸਰੇ ਇਸ ਰਸਤੇ ਤੇ ਚੱਲਿਆ ਜਾ ਸਕਦਾ ਹੈ? ਇੱਕ ਵੱਡੀ ਮੱਛੀ ਦੇਖ ਕੇ ਤਾਂ ਚੰਦ ਦੀ ਵਿਸ਼ਾਲਤਾ ਨਹੀਂ ਨਾ ਬਿਆਨੀ ਜਾ ਸਕਦੀ, ਸੋ ਲੱਖਾਂ ਹਜ਼ਾਰਾਂ ਬੁੱਧੀਮਾਨ ਇੱਥੇ ਉੱਥੇ ਕਰਦੇ ਭੌਂਦੇ ਫਿਰਦੇ ਹਨ, ਪਰ ਬਿਰਹੋਂ ਦਾ ਬਿਰਲਾਪ ਤੇ ਤੜਪਦੇ ਹੌਂਕੇ ਹੀ ਸੁਣੇ ਜਾਣਗੇ ਤੇ ਉਸ ਤੱਕ ਪਹੁੰਚਣਗੇ। ਇਸ ਰਸਤੇ ਤੇ ਸਮੁੰਦਰ ਤੇ ਬਹੁਤ ਧਰਤੀਆਂ ਆਉਣਗੀਆਂ। ਇਹ ਨਾ ਸਮਝਿਓ ਕਿ ਰਸਤਾ ਆਸਾਨ ਤੇ ਛੋਟਾ ਹੋਵੇਗਾ। ਸ਼ੇਰ ਜਿਹਾ ਦਿਲ ਚਾਹੀਦਾ ਹੈ ਅਜਿਹੇ ਵਿਖੜੇ ਪੈਂਡੇ ਤੇ ਤੁਰਨ ਲਈ, ਜੋ ਬਹੁਤ ਲੰਬਾ ਤੇ ਬਹੁਤ ਡੂੰਘੇ ਸਮੁੰਦਰਾਂ ਵਾਲਾ ਹੈ। ਇਸ ਅਸ਼ਚਰਜ ਪੰਧ ਤੇ ਪੈਰ ਘਸੀਟ ਕੇ ਚੱਲਦੇ ਹੋਏ ਅਸੀਂ ਕਦੇ ਹੱਸਾਂਗੇ ਤੇ ਕਦੇ ਰੋਵਾਂਗੇ। ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਕਹਾਂਗਾ ਕਿ ਮੈਂ ਬਹੁਤ ਖੇੜੇ ਵਿੱਚ ਹੋਵਾਂਗਾ ਕਿ ਸ਼ਾਇਦ ਅਸੀਂ ਉਸ ਦਾ ਕੋਈ ਇੱਕ ਚਿੰਨ੍ਹ ਵੀ ਲੱਭ ਸਕੀਏ, ਭਾਵੇਂ ਕਿ ਇਹ ਥੋੜ੍ਹਾ ਲੱਗੇ, ਪਰ ਉਸ ਦੀ ਯਾਦ ਬਿਨਾਂ ਜਿਉਣਾ ਤਾਂ ਸ਼ਰਮਿੰਦਾ ਕਰਨ ਵਾਲਾ ਹੈ ਨਾ। ਆਪਣੇ ਪ੍ਰਾਣ ਕੁਰਬਾਨ ਕਰ ਦੇਣੇ ਚਾਹੀਦੇ ਹਨ ਪਿਆਰੇ ਦੇ ਚਰਨਾਂ ਵਿੱਚ, ਤਾਂ ਕਿ ਆਤਮਾ ਨੂੰ ਉਸ ਦੇ ਦਰਬਾਰ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ। ਪਰਮ ਪਿਤਾ ਦੇ ਰੰਗ ਵਿੱਚ ਰਤਿਆ ਹੋਇਆ ਜੋ ਮਨੁੱਖ ਆਪਣੇ ਇਸ ਸਰੀਰ ਦਾ ਠੀਕਰਾ ਫੋੜ ਦੇਵੇਗਾ, ਉਹੀ ਸੂਰਮਾ ਕਹਾਏਗਾ। ਸੋ ਆਪਣੇ ਪਿਆਰੇ ਦੀ ਗਲੀ ਵਿੱਚ ਪੈਰ ਧਰਨ ਤੋਂ ਪਹਿਲਾਂ ਸਿਰ ਤਲੀ ਤੇ ਟਿਕਾ ਲਓ, ਸੂਰੇ ਮਨੁੱਖ ਵਾਂਗ, ਤੇ ਪ੍ਰੇਮ ਨਾਲ ਭੇਂਟ ਕਰ ਦਿਓ ਪਿਆਰੇ ਮਹਿਬੂਬ ਅੱਗੇ, ਤੇ ਸੱਚ ਜਾਣਿਓ ਉਹ ਅਮਰਤਾ ਬਖਸ਼ ਦੇਵੇਗਾ ਤੁਹਾਨੂੰ। ਸੀਮੁਰਗ ਦੀ ਪਹਿਲੀ ਝਲਕ। ਇਹ ਵਿਸਮਾਦੀ ਗੱਲ ਹੈ ਕਿ ਸੀਮੁਰਗ ਦਾ ਪਹਿਲਾ ਝਲਕਾਰਾ ਚੀਨ ਵਿੱਚ ਪਿਆ। ਅੱਧੀ ਰਾਤ ਨੂੰ ਉਸ ਦਾ ਇੱਕ ਖੰਭ ਚੀਨ ਵਿੱਚ ਡਿੱਗਿਆ ਤੇ ਆਲਮੀ ਪੱਧਰ ਤੇ ਉਸ ਦੀ ਮਹਿਮਾ ਫੈਲ ਗਈ। ਹਰ ਕਿਸੇ ਨੇ ਆਪਣੀਆਂ ਕਾਲਪਨਿਕ ਉਡਾਨਾਂ ਨਾਲ ਉਸ ਖੰਭ ਦੀ ਤਸਵੀਰ ਬਣਾਈ ਤੇ ਇਸ ਨਾਲ ਹਰ ਕਿਸੇ ਦੀਆਂ ਆਪਣੀਆਂ ਆਤਮਿਕ ਉਡਾਰੀਆਂ ਸਾਹਮਣੇ ਆਈਆਂ। ਇੱਕ ਅਜੀਬ ਜਿਹੀ ਖਲਬਲੀ ਫੈਲ ਗਈ। ਇਹ ਖੰਭ ਹਜੇ ਵੀ ਸੁਭਾਇਮਾਨ ਹੈ ਚੀਨ ਦੀ ਇੱਕ ਚਿੱਤਰਸ਼ਾਲਾ ਵਿੱਚ, ਤੇ ਇਹ ਸੁਣ ਕੇ ਯਾਦ ਆਉਂਦੇ ਨੇ ਉਹ ਪੈਗੰਬਰੀ ਬੋਲ, ਗਿਆਨ ਦੀ ਭਾਲ ਕਰੋ ਫੇਰ ਭਾਵੇਂ ਚੀਨ ਹੀ ਜਾਣਾ ਪਵੇ। ਉਸ ਦੀ ਇਸ ਇੱਕ ਝਲਕ ਨਾਲ ਹੀ ਸੰਸਾਰ ਵਿੱਚ ਰਹੱਸਵਾਦੀ ਸੱਤਾ ਦਾ ਸ਼ੋਰ ਸ਼ੁਰੂ ਹੋ ਗਿਆ। ਉਸ ਦੀ ਇਹ ਨਿਸ਼ਾਨੀ ਉਸ ਦੀ ਮਹਿਮਾ ਦਾ ਪ੍ਰਤੀਕ ਬਣੀ। ਹਰ ਇੱਕ ਰੂਹ ਤੇ ਉਸ ਦੇ ਇਸ ਖੰਭ ਦੀ ਝਲਕ ਨੇ ਪ੍ਰਭਾਵ ਛੱਡਿਆ। ਹਾਲਾਂਕਿ ਵਰਣਨ ਨਹੀਂ ਕੀਤਾ ਜਾ ਸਕਿਆ, ਨਾ ਹੀ ਸਿਰਸੀ ਨਾ ਹੀ ਪੂਛ, ਨਾ ਆਦ ਨਾ ਅੰਤ, ਤੇ ਜ਼ਰੂਰਤ ਨਹੀਂ ਕਿ ਇਸ ਤੋਂ ਵੱਧ ਹੋਰ ਕੁਝ ਕਿਹਾ ਜਾਵੇ। ਹੁਣ ਤੁਹਾਡੇ ਵਿੱਚੋਂ ਜੋ ਵੀ ਇਸ ਇਸ਼ਕ ਦੇ ਪੰਥ ਦਾ ਪਾਂਧੀ ਹੈ, ਆਪਣਾ ਪਹਿਲਾ ਕਦਮ ਚੁੱਕੋ। ਜਦੋਂ ਹੁਦਹੁਦ ਨੇ ਬੋਲਣਾ ਬੰਦ ਕੀਤਾ ਤਾਂ ਸਾਰੇ ਪੰਛੀ ਉਤਸ਼ਾਹ ਵਿੱਚ ਆਪਣੇ ਰਾਜੇ ਦੀ ਮਹਿਮਾ ਦਾ ਗੁਣਗਾਨ ਕਰਨ ਲੱਗੇ ਤੇ ਆਪਣੇ ਉਸ ਸਮਰਾਟ ਨੂੰ ਪਾਉਣ ਦੀ ਤੜਪ ਸਭ ਦੇ ਅੰਦਰ ਪ੍ਰਬਲ ਹੋ ਗਈ। ਉਹਨਾਂ ਇਕੱਠਿਆਂ ਨੇ ਜਾਣ ਦੀ ਰਾਏ ਕੀਤੀ। ਹਰ ਕੋਈ ਇੱਕ ਦੂਜੇ ਦਾ ਮਿੱਤਰ ਹੋ ਗਿਆ ਤੇ ਆਪਣੇ ਆਪ ਦਾ ਵਿਰੋਧੀ। ਪਰ ਜਦੋਂ ਉਹਨਾਂ ਅਹਿਸਾਸ ਕਰਨਾ ਸ਼ੁਰੂ ਕੀਤਾ ਕਿ ਇਹ ਪੰਧ ਕਿੰਨਾ ਵਿਖੜਾ
ਤੇ ਮੁਸ਼ਕਲਾਂ ਭਰਿਆ ਹੋਵੇਗਾ ਤਾਂ ਉਹ ਝਿਜਕਣ ਲੱਗੇ। ਪਰ ਬਾਵਜੂਦ ਇਸ ਦੇ ਉਹਨਾਂ ਇਹ ਆਭਾਸ ਨਾ ਹੋਣ ਦਿੱਤਾ, ਪਰ ਕੋਈ ਨਾ ਕੋਈ ਬਹਾਨੇ ਘੜਨ ਲੱਗੇ, ਹਰ ਕੋਈ ਆਪੋ ਆਪਣੇ ਵਿੱਤ ਅਨੁਸਾਰ।